ਬਾਤ ਨੂੰ ਸੱਚੀ ਸੱਚੀ ਦੱਸ ਰੋਟੀਆਂ ਕਿੰਨੀਆਂ ਤੇ ਆਖਣ ਲੱਗਾ ਜੀ 2 ਦਰਵੇਸ਼ ਅੱਲਾ ਦਾ ਕਿਤੇ ਸਫ਼ਰ ਤੇ ਨਿਕਲਣ ਲੱਗਾ ਉਹਦੇ ਨਾਲ ਇੱਕ ਹੋਰ ਬੰਦਾ ਆਂਦਾ ਕਿ ਬਾਬਾ ਜੀ ਸਰਕਾਰ ਜੇ ਮੈਨੂੰ ਵੀ ਸਫ਼ਰ ਦੇ ਨਾਲ ਲੈ ਆਇਓ ਤੇ ਉਹਨੇ ਆਖਿਆ ਤੂੰ ਵੀ ਨਾਲ ਆ ਜਾ ਇਹ ਦੋਵੇਂ ਟੁਰ ਪਏ ਨੇ ਕਾਫੀ ਅੱਗੇ ਜਾ ਕੇ ਨਾ ਤੇ ਤਲਬ ਹੋਈ ਭੁੱਖ ਲੱਗੀ ਉਹ ਜਿਹੜੇ ਬਜ਼ੁਰਗ ਸਨ ਨਾ ਉਹਨਾਂ ਦੇ ਕੋਲ ਸਨ 2 ਦਿਰਹਮ ਉਹਨੇ ਆਖਿਆ ਤੇਰੇ ਕੋਲ ਹੈਗਾ ਪੈਸਾ ਆਖਣ ਲੱਗਾ ਇੱਕ ਹੈ ਤੇ ਉਹਨੇ ਆਖਿਆ 2 ਮੇਰੇ ਲਈ ਲੈ ਤੇ ਇੱਕ ਕੋਲੋਂ ਪਾ ਲਵੇਂ ਤੇ ਜਾਂ 3 ਦਿਰਮਾਂ ਦੀਆਂ ਰੋਟੀਆਂ ਲੈ ਆ 1 ਦਿਰਮ ਦੀ ਇੱਕ ਰੋਟੀ ਲੱਭਦੀ ਸੀ ਉਹ ਗਿਆ ਉਹਨੇ 3 ਰੋਟੀਆਂ ਲਈਆਂ ਇਹਨੇ ਆਖਿਆ ਬਾਬੇ ਹੋਰਾਂ ਨੂੰ ਕੀ ਪਤਾ ਲੱਗਣਾ ਕਿ ਇੱਥੇ ਰੇਟ ਕੀ ਹੈ ਅਸੀਂ ਜਿੱਥੋਂ ਆ ਗਏ ਆ ਉਥੇ ਮੁੱਲ ਹੋਰ ਸੀ ਇੱਥੇ ਮੁੱਲ ਹੋਰ ਏ ਤੇ ਮੈਂ ਆਖਾਂਗਾ 3 ਦਿਰਮਾਂ ਦੀਆਂ 2 ਰੋਟੀਆਂ ਲੱਭੀਆਂ ਤੇ 1 ਰੋਟੀ ਖਾ ਗਿਆ ਭੁੱਖ ਵਾਵਾ ਲੱਗੀ ਸੀ ਉਹ ਜ਼ਰਾ ਬਾਹਰ ਸਨ ਜੰਗਲ ਜਿਹੇ ਦੇ ਵਿੱਚ ਇਹ ਸ਼ਹਿਰੋਂ ਰੋਟੀਆਂ ਲੈ ਕੇ ਨਾ ਤੇ 1 ਰੋਟੀ ਖਾ ਗਿਆ ਜਦੋਂ ਆਇਆ ਰੋਟੀਆਂ ਲੈ ਕੇ ਤੇ ਬਾਬੇ ਨਾਲ ਪੁੱਛੀਆਂ ਵੀ ਕਿੰਨੀਆਂ ਰੋਟੀਆਂ ਲੱਭੀਆਂ ਆਖਣ ਲੱਗਾ ਜੀ 2 ਆਂਦੇ ਨੇ ਠੀਕ ਬਜ਼ੁਰਗਾਂ ਨੂੰ ਸਮਝ ਆ ਗਈ ਵੀ 3 ਦਿਰਮਾਂ ਦੀਆਂ 3 ਲੱਭਣੀਆਂ ਸਨ ਤੇ ਇਹਨੇ ਝੂਠ ਮਾਰਿਆ ਨਾ ਕਿ 2 ਹੀ ਲੱਭੀਆਂ ਨੇ ਆਂਦਾ 2 ਲੱਭੀਆਂ ਨੇ ਆਂਦੇ ਨੇ ਚਲੋ ਠੀਕ ਹੈ 1 ਰੋਟੀ ਉਹਨੇ ਖਾ ਲਈ ਤੇ 1 ਰੋਟੀ ਉਹਨੇ ਖਾ ਲਈ ਅਗਾਂ ਜਦੋਂ ਟੁਰ ਪੈਣਾ ਤੇ ਅੱਗੇ ਦਰਿਆ ਨਦੀ ਪਾਣੀ ਆ ਗਿਆ ਵਾਵਾ ਤੇ ਆਖਣ ਲੱਗਾ ਸਰਕਾਰ ਇੱਥੋਂ ਕਿਵੇਂ ਲੰਘਾਂ ਦੇ ਤੇ ਆਖਣ ਲੱਗੇ ਲੰਘ ਜਾਣ ਕੋਈ ਏਡਾ ਔਖਾ ਨਹੀਂ ਆਖਣ ਲੱਗਾ ਪਾਣੀ ਵਾਵਾ ਉਹਨਾਂ ਆਖਿਆ ਤੂੰ ਮੇਰਾ ਝਿੱਗਾ ਇਹ ਜਿਹੜੀ ਕਮੀਜ਼ ਹੈ ਨਾ ਇਹਨੂੰ ਝਿੱਗਾ ਵੀ ਪੰਜਾਬੀ ਠੋਰ ਦੇਣਾ ਉਹਨਾਂ ਆਖਿਆ ਤੂੰ ਮੇਰਾ ਲੜ ਫੜ ਛੜੀ ਹੈ ਝਿੱਗਾ ਫੜ ਲਈ ਪਿੱਛੋਂ ਤੇ ਅੱਲਾ ਖੈਰ ਰੱਖੇ ਲੰਘ ਜਾਗੇ ਉਹ ਬਜ਼ੁਰਗ ਅੱਲਾ ਦੇ ਦਰਵੇਸ਼ ਸਨ ਪਾਣੀ ਦੇ ਵਿੱਚੋਂ ਨੰਗੇ ਉਹ ਵੀ ਲੜ ਫੜਿਆ ਸੀ ਉਹਨੇ ਉਹ ਵੀ ਲੰਘ ਗਿਆ ਅਗਲੇ ਪਾਰ ਹੋ ਕੇ ਤੇ ਆਖਣ ਲੱਗਾ ਇੱਥੋਂ ਨਗਾ ਛੜਿਆ ਜੇ ਸਰਕਾਰ ਤੇ ਕਿਆ ਕਰਾਮਤ ਹੈ ਤੁਹਾਡੀ ਤੁਸੀਂ ਤੇ ਕੋਈ ਦਰਵੇਸ਼ ਹੋ ਅੱਲਾ ਦੇ ਭਾਈ ਆਖਣ ਲੱਗੇ ਕੋਈ ਬਾਤ ਨਹੀਂ ਸੱਚੀ ਸੱਚੀ ਦੱਸ ਰੋਟੀਆਂ ਕਿੰਨੀਆਂ ਤੇ ਆਖਣ ਲੱਗਾ ਜੀ 2 ਆਂਦੇ ਚਲੋ ਕਾਫੀ ਅੱਗੇ ਟੁਰ ਕੇ ਨਾ ਤੇ ਕੋਈ ਇਲਾਕਾ ਐਸਾ ਹੈ ਕਿ ਉਥੋਂ ਮੇਰਾ ਮਤਲਬ ਹੈ ਕੋਈ ਰੋਟੀ ਛੋਟੀ ਨਹੀਂ ਸੀ ਲੱਭਣੀ ਪਾਣੀ ਇਹਨਾਂ ਦੇ ਕੋਲ ਨਾ ਥੋੜਾ ਜਿਹਾ ਮਸ਼ਕੀਜ਼ੇ ਦੇ ਵਿੱਚ ਹੈ ਸੀ ਉਹਨਾਂ ਨੇ ਆਪਣੀ ਕੋਈ ਕਰਾਮਤ ਵਹਾਈ ਜੰਗਲ ਦੇ ਵਿੱਚ ਹੀ ਕੋਈ ਖਾਣੇ ਦਾ ਇੰਤਜ਼ਾਮ ਬੰਦੋਬਸਤ ਇਹਨਾਂ ਕੀਤਾ ਬਈ ਤਲਬ ਪੂਰੀ ਹੋ ਗਈ ਇਹ ਵੇਖ ਕੇ ਫਿਰ ਬੜਾ ਹੈਰਾਨ ਹੋਇਆ ਦੂਜੀ ਕਰਾਮਤ ਵੀ ਪਹਿਲਾਂ ਤਾਂ ਪਾਣੀ ਚੋਂ ਲੰਘਣਾ ਮਤਲਬ ਹੈ ਪਾਣੀ ਵਾਹਵਾ ਸੀ ਬੰਦਾ ਡੋਬੂ ਉਥੋਂ ਲੰਘੇ ਅਗਾਂ ਗਏ ਤੇ ਉਥੋਂ ਇਹਨਾਂ ਫੇਰ ਰੋਟੀ ਛੋਟੀ ਖਵਾਈ ਤੇ ਬੜਾ ਹੈਰਾਨ ਆਖਣ ਲੱਗਾ ਸਰਕਾਰ ਤੁਸੀਂ ਤੇ ਬੜੇ ਕਰਨੇ ਵਾਲੇ ਹੋ ਬੜੇ ਕੋਈ ਦਰਵੇਸ਼ ਹੋ ਅੱਲਾ ਦੇ ਤੇ ਆਖਣ ਲੱਗੇ ਉਸ ਗੱਲ ਨੂੰ ਛੱਡ ਰੋਟੀਆਂ ਕਿੰਨੀਆਂ ਆਖਣ ਲੱਗਾ ਜੀ 2 ਆਂਦੇ ਨੇ ਚਲੋ ਠੀਕ ਕਾਫੀ ਅੱਗੇ ਗਏ ਨਾ ਤੇ ਕੋਈ ਰੱਬ ਦੀ ਕਰਨੀ ਐਸੀ ਹੋਈ ਕਿ 3 ਇੱਟਾਂ ਸੋਨੇ ਦੀਆਂ ਮਿਲ ਗਈਆਂ ਆਖਣ ਲੱਗੇ ਬਜ਼ੁਰਗ ਦਰਵੇਸ਼ ਅੱਲਾ ਦੇ ਆਖਣ ਲੱਗੇ 1 ਇੱਟ ਮੇਰੀ ਤੇ ਇਹ 2 ਇੱਟਾਂ ਉਹਦੀਆਂ ਨੇ ਜਿਹਨੇ 2 ਰੋਟੀਆਂ ਖਾਧੀਆਂ ਹੋਈਆਂ 1 ਇੱਟ ਤੇਰੀ ਤੇ 1 ਇੱਟ ਮੇਰੀ ਤੇ ਬਾਕੀ ਇੱਟ ਉਹਦੀ ਹੈ ਕਿ ਜਿਹਨੇ 2 ਰੋਟੀਆਂ ਖਾਧੀਆਂ ਹੋਈਆਂ ਤੇ ਆਖਣ ਲੱਗੇ ਸੱਚੀ ਦਾ ਸਾਹਮਣੇ ਰੋਟੀਆਂ ਤਰਿਆ ਹਾਏ 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 ਆਖਣ ਲੱਗਾ ਸੱਚੀ ਗੱਲ ਦੱਸਾਂ ਤੇ ਰੋਟੀਆਂ ਤਰਿਆ ਸਾਂ ਤੇ ਇੱਕ ਮੈਂ ਉੱਥੇ ਖਾ ਗਿਆ ਹਾਂ ਤੇ ਫਿਰ ਵੀ ਇੱਟ ਸੋਨੇ ਦੀ ਵੀ ਲੱਭਦੀ ਸੀ ਨਾ ਤੇ ਉਹਨੇ ਆਖਿਆ ਇਹ ਲੈ ਫਿਰ 2 ਇੱਟਾਂ ਤੇਰੀਆਂ ਤੇ ਆਪਣੇ ਵਾਲੀ ਉਹਨੇ ਆਖਿਆ ਲੈ ਤੁਹਾਨੂੰ ਨਹੀਂ ਉਹਨੂੰ 3 ਇੱਟਾਂ ਦਿੱਤੀਆਂ ਤੇ ਆਖਿਆ ਤੇਰਾ ਸਾਡਾ ਹੁਣ ਰਾਸਤਾ ਵੱਖਰਾ ਇਹ 3 ਇੱਟਾਂ ਸੋਨੇ ਦੀਆਂ ਤੇਰੀਆਂ ਜਿਸ ਯਾਰੀ ਵਿੱਚ ਲਾਲਚ ਹੋਵੇ ਉਹ ਤੋੜ ਕਦੇ ਨਹੀਂ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜੋ ਕੰਡਿਆਂ ਨਾਲ ਲੜਦੀ ਫਰਮਾਇਆ ਇਹ ਤੇਰੀਆਂ ਨੇ ਆ ਮੇਰੇ ਵਾਲੀ ਇੱਟ ਵੀ ਤੇਰੀ 3 ਇੱਟਾਂ ਉਹਨੂੰ ਦੇ ਛੜੀਆਂ ਤੇ ਆਪੀ ਗਾਂ ਆਪਣੇ ਸਫਰ ਨੂੰ ਅਗਲੇ ਤੇਰੀਆਂ ਸਾਡੀਆਂ ਰਾਵਾਂ ਜੁਦਾ ਹੋ ਗਈਆਂ ਤੈਨੂੰ ਇਹ ਹੀ ਲਾ ਲੈ ਬਜ਼ੁਰਗ ਟੁਰ ਗਏ ਹੁਣ ਇਹ ਬੜਾ ਖੁਸ਼ ਹੈ ਗਮਗੀਨ ਨਹੀਂ ਦੁਖੀ ਨਹੀਂ ਪਰੇਸ਼ਾਨ ਨਹੀਂ ਕਿ ਏਡੇ ਦਰਵੇਸ਼ ਦਾ ਲੜ ਛੁੱਟ ਗਿਆ 3 ਇੱਟਾਂ ਸੋਨੇ ਦੀਆਂ ਆ ਗਈਆਂ ਅਜੇ ਸੋਚਦਾ ਪਤਾ ਬਜ਼ੁਰਗ ਉਹਨੇ ਚਿਰ ਨੂੰ ਬੰਦ ਕਰ ਗਿਆ ਵਾਹ ਸਫਰ ਗਾਂ ਕਰਾਸ ਕਰ ਗਿਆ
ਇਹ ਤਿੰਨ ਹੀ ਟਾਰਾ ਕੇ ਸੋਚਦਾ ਪਿਆ ਵੀ ਹੁਣ ਪਿਛਾਂ ਜਾਵਾਂ ਲੁਕਾਵਾਂ ਕਿਵੇਂ, ਕਿਸੇ ਨੂੰ ਪਤਾ ਨਾ ਲੱਗੇ। ਉਧਰ ਨੂੰ 3 ਡਾਕੂ ਆ ਗਏ। ਯਾਦ ਰੱਖਿਓ ਜਿਹੜੀਆਂ ਮਿਸਾਲਾਂ ਹੁੰਦੀਆਂ ਨੇ, ਅੱਲਾ ਨੇ ਕੁਰਾਨ ਦੇ ਵਿੱਚ ਮੱਖੀ ਦੀ ਤੇ ਮੱਛਰ ਦੀ ਮਿਸਾਲ ਦਿੱਤੀ ਹੈ ਕਾਇਨਾਤ ਦੇ ਰੱਬ ਨੇ ਸਮਝਾਉਣ ਵਾਸਤੇ। ਜੀ ਮਿਸਾਲਾਂ, ਇਹ ਮਿਸਾਲ ਸਾਡੇ ਸਮਝਣ ਵਾਸਤੇ। ਉਹ 3 ਇੱਟਾਂ ਸਾਹਮਣੇ ਰੱਖ ਕੇ ਤਾਂ ਸੋਚਦਾ ਪਿਆ ਵੀ ਲੁਕਾਵਣਾ ਤੇ ਕਿਸੇ ਨੂੰ ਪਤਾ ਨਾ ਲੱਗੇ। ਇੱਟਾਂ ਵਾਵਾ ਨੇ, ਸੋਨਾ ਲੱਭ ਗਿਆ ਬੇਬਾ, ਪਿਛਾਂ ਜਾਣਾ ਉਹ ਤੇ ਟੁਰ ਗਿਆ ਨਾ ਹੁਣ ਗਾ। ਉਹਨੇ ਚ ਇਹਨੂੰ 3 ਡਾਕੂ ਆ ਜਾਂਦੇ। ਉਹਨਾਂ ਵੇਖਿਆ ਇਹਦੇ ਕੋਲ ਸੋਨਾ ਵਾਵਾ, ਇਹ ਦੱਸੇਗਾ ਇਸ ਰਾਤ ਵਿੱਚ ਹਾਂ ਲੁੱਟਣਾ ਹੁੰਦਾ, ਹੋਰ ਵੀ ਕੋਈ ਆਏਗਾ, ਇਹ ਜਾ ਕੇ ਦੱਸੇਗਾ ਇੱਧਰ ਨੂੰ ਆਏ ਦਾ ਕੋਨਾ, ਸਾਡਾ ਕਾਰੋਬਾਰ ਮੁਤਾਸਰ ਹੋਏਗਾ। ਉਹਨਾਂ ਉਹਨੂੰ ਉੱਥੇ ਹੀ ਕਤਲ ਕਰ ਛੜਿਆ, ਜਾਨੂ ਮਾਰ ਛੜਿਆ ਵੀ ਤਾਂ ਕਿ ਕਿਸੇ ਨੂੰ ਦੱਸੇ ਹੀ ਨਾ। ਇਹ ਦੱਸੇਗਾ ਤੇ ਇੱਧਰ ਨੂੰ ਮੁਸਾਫਰ ਆਉਣਗੇ ਨਾ ਤੇ ਹਾਂ ਲੁੱਟਣਾ ਕਿਤੋਂ। ਉਹਨਾਂ ਤਿੰਨਾਂ ਨੇ ਉਹਨੂੰ ਕਤਲ ਕਰ ਛੜਿਆ। ਝੱਟ ਵਾਵਾ ਲੰਘ ਗਿਆ ਨਾ, ਤੇ ਆਂਦੇ ਨੇ ਭੁੱਖ ਲੱਗੀ ਏ ਹੁਣ ਕੋਈ ਰੋਟੀ ਟੁੱਕਰ ਦਾ ਵੀ ਕਰ ਲਈ। ਤੇ 3 ਹੀ ਅਸੀਂ ਬੰਦੇ ਆ ਤੇ 3 ਹੀ ਇੱਟਾਂ ਨੇ, ਇੱਕ ਇੱਟ ਸਾਨੂੰ ਤਰਮਾਨ ਵਾ ਜਾਣੀ। ਇੱਕ ਨੂੰ ਵਿੱਚੋਂ ਸਲਾਹ ਕਰ ਲਈ ਵੀ ਤੂੰ ਜਾ ਸ਼ਹਿਰੋਂ ਰੋਟੀ ਫੜ ਲਿਆ ਤੇ ਆਉਣਾ ਤੇ ਫਿਰ ਰੋਟੀ ਖਾ ਕੇ ਤੇ 3 ਇੱਟਾਂ ਲਵਾਂ ਤੇ ਆਪਣੀ ਆਪਣੀ ਇੱਟ ਤੇ ਘਰੋਂ ਕਰੀ। ਅੱਜ ਦਾ ਸਾਡੇ ਦਿਹਾੜ ਲੱਗ ਗਈ। ਹੁਣ ਇਹ ਜਿਹੜਾ ਸ਼ਹਿਰ ਵੱਲ ਗਿਆ ਨਾ, ਇਹਨੇ ਸੋਚਿਆ ਸ਼ਹਿਰ ਜਾ ਕੇ ਵੀ ਇੱਟਾਂ ਨੇ 3 ਤੇ ਬੰਦੇ ਆ 3, ਰੋਟੀ ਲੈਣ ਆਇਆ ਮੈਂ। ਇੱਥੇ ਜੇ ਮੈਂ ਕਣਕ ਵਾਲੀਆਂ ਗੋਲੀਆਂ ਵਿੱਚ ਰੱਖਾਂ ਤੇ ਬਾਕੀ ਵੀ ਸਾਂਭਾ ਤੇ ਜ਼ਹਿਰ ਪਾਵਾਂ ਰੋਟੀ ਦੇ ਵਿੱਚ ਤੇ ਇਹ 2 ਮਰਨ ਹਾਂ, ਤੇ ਉਹ ਵੀ 2 ਆਉਣ ਮੇਰੇ ਕੋਲ। ਤੇ ਆਉਂਦਿਆਂ ਨੂੰ ਇਹਨਾਂ 2 ਨੇ ਸਲਾਹ ਕਰ ਲਈ ਵੀ ਰੋਟੀ ਲੈ ਕੇ ਆਉਂਦਾ ਤੇ ਇਹਨੂੰ ਤੇ ਮਾਰ ਹੀ ਨਾ, ਤੇ ਸਾਨੂੰ ਦੋਵਾਂ ਨੂੰ ਡੇਢ ਆਈ। ਉਹਨੇ ਜ਼ਹਿਰ ਮਿਲਾ ਲਿਆ ਤੇ ਉਹ ਰੋਟੀ ਲੈ ਆ। ਜਦੋਂ ਉਹ ਆਇਆ ਤੇ ਇਹਨਾਂ ਦੋਵਾਂ ਨੇ ਫੜ ਕੇ ਤੇ ਉਹਨੂੰ ਕਤਲ ਕਰ ਛੱਡਿਆ। ਜਦੋਂ ਉਹਨੂੰ ਮਾਰਿਆ ਉਹਨਾਂ ਕਹੇ ਇਹਦਾ ਤੇ ਗੱਲ ਕੰਮ ਹੋਇਆ ਨਾ, ਤੇ ਹੁਣ ਸਾਡੀ ਇੱਟ ਡੇਢ ਹੋ ਗਈ ਤੇ ਚੱਲ ਹਾਂ ਰੋਟੀ ਖਾਈਏ ਤੇ ਫਿਰ ਆਪਣੀ ਡੇਢ ਇੱਟ ਲਈਏ। ਤੇ ਜਦੋਂ ਇਹਨਾਂ ਰੋਟੀ ਖਾਧੀ ਤੇ ਇਹ ਵੀ 2 ਮਾਰ ਤਾਂ ਉੱਥੇ। ਜਦੋਂ ਉਹ ਦਰਵੇਸ਼ ਅੱਲਾ ਦਾ ਕੋਈ ਆਪਣੇ ਸਫ਼ਰ ਤੋਂ ਵਾਪਸ ਆਇਆ ਨਾ, ਤੇ ਬਹੁਤੇ ਦਿਹਾੜੇ ਨਹੀਂ, ਕੁਝ ਦਿਹਾੜਿਆਂ ਬਾਅਦ ਹੀ ਨਾ, ਕੁਝ 4-5 ਦਿਹਾੜਿਆਂ ਬਾਅਦ ਜਦੋਂ ਵਾਪਸ ਆਇਆ ਨਾ, ਵੇਖਿਆ ਕਿ 3 ਇੱਟਾਂ ਸੋਨੇ ਦੀਆਂ ਉੱਥੇ ਪਈਆਂ ਨੇ ਤੇ ਦੁਆਲੇ 4 ਲਾਸ਼ਾਂ ਪਈਆਂ ਨੇ। ਤੇ ਵੇਖ ਕੇ ਆਖਣ ਲੱਗੇ ਉਹ ਦੁਨੀਆ ਦੇ ਮਾਲ ਨੇ ਤੁਹਾਨੂੰ ਕਿੰਨਾ ਹਰੀਸ ਕਰ ਛੜਿਆ। ਬਿਲਕੁਲ ਕਿ ਤੁਸੀਂ ਇੱਕ ਦੂਜੇ ਦੀਆਂ ਜਾਨਾਂ ਮਾਰਨ ਦੇ ਉੱਤੇ ਤੁਲ ਗਏ ਤੇ ਤੁਸੀਂ ਇੰਨਾ ਨੁਕਸਾਨ ਕਰ ਛੜਿਆ। ਜਿਹੜਾ ਮਾਲ ਦੀ ਹਵਸ ਹੁੰਦੀ ਹੈ ਨਾ, ਲਾਲਚ ਹੁੰਦਾ ਹੈ, ਇਹ ਬੰਦੇ ਨੂੰ ਫਿਰ ਹਰਾਮ ਹਲਾਲ ਦੀ ਤਮੀਜ਼ ਭੁਲਾ ਛੱਡਦਾ। ਬਿਲਕੁਲ ਤਜਾਰਤ ਹੋਵੇ, ਕਾਰੋਬਾਰ ਹੋਵੇ। ਮੇਰੇ ਨਾਲ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਮਾਲ ਜਦੋਂ ਮੰਡੀ ਦੇ ਵਿੱਚ ਜਾਂਦਾ ਸੀ, ਸਭ ਤੋਂ ਛੇਤੀ ਤੇ ਚੰਗਾ ਕਿਵੇਂ ਵਿਕਦਾ ਸੀ? ਤਜਾਰਤ ਦੇ ਵੀ ਅਸੂਲ ਹੁੰਦੇ ਨੇ ਯਾਰ। ਬਿਲਕੁਲ ਕਿਉਂ ਵਿਕਦਾ ਸੀ? ਜਿਹੜੇ ਦੂਸਰੇ ਸਨ ਉਹ ਵੀ ਮੰਡੀ ਮਾਲ ਲੈ ਕੇ ਜਾਂਦੇ, ਉਹਨਾਂ ਕੀ ਕਰਨਾ, ਥੱਲੇ ਮਾਲ ਦੂਜਾ ਸੁੱਟ ਕੇ ਤੇ ਉੱਤੇ ਚੰਗਾ ਮਾਲ ਖਿਲਾ ਕੇ ਆਖਣਾ ਉੱਤੋਂ ਤੋਂ ਲੈ ਕੇ ਥੱਲੇ ਤੱਕ ਮਾਲ ਸੋਟਾ ਇੱਕੋ ਜਿਹਾ ਮਾਲ ਨਿਕਲਿਆ। ਨਬੀ ਪਾਕ ਇਸ ਤਰ੍ਹਾਂ ਨਹੀਂ ਸਨ ਕਰਦੇ। ਉਠਾਓ ਹਦੀਸ ਦੀਆਂ ਕਿਤਾਬਾਂ, ਤਾਰੀਖ ਨੂੰ ਪੜ੍ਹੋ। ਚੰਗਾ ਮਾਲ ਵੱਖਰਾ ਕਰਨਾ, ਅਵਲ ਦੋਮ ਸੋਮ ਇਸ ਤਰ੍ਹਾਂ ਲਹਿਦਾ ਕਰਕੇ ਆਖਣਾ ਇਹਦਾ ਰੇਟ ਹੈ ਵੇ, ਇਹਦਾ ਰੇਟ ਹੈ ਵੇ, ਇਹਦਾ ਰੇਟ ਹੈ ਵੇ। ਜਿਹਨੇ ਅੱਗੋਂ ਜਾ ਕੇ ਮਿਕਸ ਕਰਨਾ ਵਿੱਚੋਂ ਲੈ ਜਾ ਕੇ ਆਪ ਹੀ ਮਿਕਸ ਕਰਨਾ, ਲੇਕਿਨ ਉਹਨਾਂ ਨੇ ਅਵਲ ਦੋਮ ਸੋਮ ਵੱਖਰਾ ਕਰਕੇ ਰੱਖਿਆ ਹੁੰਦਾ। ਤੇ ਲੋਕ ਕਿਉਂ ਆਂਦੇ ਸਨ ਕਿ ਸਾਦਕ ਵੀ ਹੈ ਤੇ ਅਮੀਨ ਵੀ ਹੈ, ਸੱਚਾ ਹੈ। ਸਾਨੂੰ ਜਦੋਂ ਲਾਲਚ ਹੁੰਦਾ ਨਾ, ਮੀਆਂ ਸਾਹਿਬ ਫਰਮਾਉਂਦੇ ਨੇ ਇਸ ਹਨੇਰ ਬਵਰਚੀ ਖਾਨੇ ਰੱਬ ਜਾਣੇ ਕੀ ਪੱਕਦਾ, ਬਾਜ ਮੁਕੱਦਰਾਂ ਕੁਝ ਨਹੀਂ ਲੱਭਦਾ, ਭਾਵੇਂ ਦੇਗੀ ਰਹੇ ਤਰਕਦਾ। ਵਾਹ ਬਿਲਕੁਲ। ਜੋ ਮੁਕੱਦਰਾਂ ਦੇ ਵਿੱਚ ਲੱਭਣਾ ਉਹ ਹੀ ਹੈ। ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੂ ਕਿਤੇ ਸਫ਼ਰ ਤੇ ਸਨ, ਨਮਾਜ਼ ਦਾ ਟਾਈਮ ਹੋ ਗਿਆ ਤੇ ਘੋੜਾ ਆਪਣਾ ਬਾਹਰ ਖਿਲਾ ਰਿਹਾ, ਤੇ ਬੰਦੇ ਇੱਕ ਨੂੰ ਆਖਿਆ ਵੀ ਇਹਦੀ ਰਾਖੀ ਰੱਖੀ, ਮੈਂ ਨਮਾਜ਼ ਪੜ੍ਹਨਾ ਤੇ ਇਹਦਾ ਧਿਆਨ ਰੱਖੀ। ਤੇ ਜਦੋਂ ਅੰਦਰ ਗਏ, ਅੱਲਾ ਕਮੀ ਬੇਸ਼ੀ ਮਾਫ ਫਰਮਾਏ, ਜੇ ਕੋਈ ਥੋੜਾ ਬਹੁਤਾ ਲਫ਼ਜ਼ਾਂ ਦਾ ਅੱਗਾ ਪਿੱਛਾ ਹੋ ਗਿਆ ਮਾਫ ਫਰਮਾਵੇ। ਅੱਜ ਸ਼ਾਹ ਜੀ ਜਦੋਂ ਨਮਾਜ਼ ਪੜ੍ਹਨ ਅੰਦਰ ਗਏ ਨਾ, ਤੇ ਉਹ ਬੰਦੇ ਨੂੰ ਆਖਿਆ ਰਾਖੀ ਰੱਖੀ, ਧਿਆਨ ਰੱਖੀ ਜਰਾ। ਤੇ ਨਮਾਜ਼ ਪੜ੍ਹਦਿਆਂ ਨਾ ਅੰਦਰ ਇਹ ਇਰਾਦਾ ਕਰ ਲਿਆ ਕਿ ਬਾਹਰ ਨਿਕਲ ਕੇ ਨਾ ਤੇ ਉਹਨੂੰ 2 ਦਿਰਹਮ ਦੇਣੇ ਨੇ। ਖਲੋਤਾ ਰਿਹਾ, ਰਾਖੀ ਕਰਦਾ ਰਿਹਾ।
ਕਮੀ ਬੇਸ਼ ਅੱਲਾ ਮਾਫ ਫਰਮਾਏ। ਜਦੋਂ ਨਮਾਜ਼ ਪੜ੍ਹ ਕੇ ਅਜੇ ਨਿਕਲੇ ਨਹੀਂ ਤੇ ਉਸ ਬੰਦੇ ਦੇ ਜ਼ਿਹਨ 'ਚ ਖਿਆਲ ਆ ਗਿਆ ਕਿ ਉਹ ਤੇ ਨਮਾਜ਼ ਵੀ ਪੜ੍ਹਦੇ ਨੇ, ਉਹਨਾਂ ਨੂੰ ਕਿਹੜਾ ਪਤਾ ਲੱਗਣਾ। ਤੇ ਉਹਨੇ ਘੋੜੇ ਦੇ ਉੱਤੇ ਜਿਹੜੀ ਉਹ ਜ਼ੀਨ ਸੀ ਨਾ ਕਾਠੀ, ਉਹ ਲਾ ਕੇ ਤੇ ਉਹਨੇ ਨਾਲ ਹੀ ਨਾ ਬਾਜ਼ਾਰੇ ਵੇਚ ਛੜੀ। ਤੇ ਵਿਕੀ ਕਿੰਨੇ ਦੀ? 2 ਦਿਰਹਮ। ਜਦੋਂ ਵੇਚ ਛੜੀ, ਮੌਲਾ ਪਾਕ ਜਦੋਂ ਬਾਹਰ ਆਏ ਨੇ ਆ ਕੇ ਵੇਖਿਆ ਘੋੜੇ ਉੱਤੇ ਕਾਠੀ ਕੋਈ ਨਹੀਂ, ਰਖਵਾਲਾ ਵੀ ਕੋਈ ਨਹੀਂ। ਆਖਿਆ ਚਲੋ ਖੈਰ ਕੋਈ ਨਹੀਂ ਗੱਲ। ਅਗਰ ਜਦੋਂ ਬਾਜ਼ਾਰ ਵੱਲ ਨੂੰ ਹੋਏ ਨੇ ਨਾ ਤੇ ਅੱਗੇ ਉਸੇ ਬੰਦੇ ਕੋਲ ਹੀ ਤੁਰ ਗਿਆ ਜਿਹਦੇ ਕੋਲ ਉਹ ਕਾਠੀ, ਤੇ ਵੇਖ ਕੇ ਤੇ ਆਖਣ ਲੱਗੇ ਵੀ ਇਹ ਕਾਠੀ ਦੇਣੀ ਹੈ। ਤੇ ਆਖਣ ਲੱਗਾ ਮੌਲਾ ਦੇ ਛੜਾਂ ਤੇ ਵੇਚ ਛੜਾਂ ਤੇ ਕਾਰੋਬਾਰ ਹੈ ਆਪਣਾ। ਤੇ ਫਰਮਾਉਂਦੇ ਨੇ ਕਿੰਨੇ ਦੀ ਦਿਓ ਦੇ, ਤੇ ਆਖਣ ਲੱਗਾ ਹੁਣ ਹੀ ਇੱਕ ਬੰਦਾ ਦੇ ਕੇ ਗਿਆ, 2 ਦੀ ਉਹਦੇ ਕੋਲ ਲਈ ਤੇ 2 ਦੀ ਤੁਸੀਂ ਲੈ ਜਾਓ, ਤੁਹਾਡੇ ਕੋਲੋਂ ਕੀ ਮੁਨਾਫਾ ਲੈਣਾ। ਤੇ ਮੌਲਾ ਪਾਕ ਫਰਮਾਨ ਲੱਗਿਆ ਹੈ ਕਿੱਡਾ ਕਮਲਾ ਨਿਕਲਿਆ, ਕਿੱਡੇ ਲਾਲ ਦੇ ਸਨ ਰਾਮ ਦੇ ਕਰਕੇ ਖਾ ਗਏ। ਆ 2 ਤੈਨੂੰ ਲੱਭਣਾ ਹੀ ਹਣ ਦੇਣੇ ਸਨ, ਹਾਂ ਰਾਦਾ ਪਿਆ ਅੰਦਰ ਕਰਕੇ ਨਿਕਲਿਆ ਵੀ ਤੈਨੂੰ 2 ਦਿਨ ਹੈ, ਤੇਰੇ ਮੁਕੱਦਰਾਂ 'ਚ 2 ਹੀ ਸਨ। ਓਏ ਲਾਲ ਦੇ ਸਨ ਰਾਮ ਦੇ ਕਰਕੇ ਖਾ ਗਏ, ਉਹ ਤੇਰੀ ਕਾਲ ਤੈਨੂੰ ਮਰਵਾਇਆ।